ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੋਂਡਾ ਮਹੱਲਾ ਚੌਥਾ। ਹਰਿ ਅੰਤਰ ਜਾਮੀ ਸਭ ਤੈ ਵਰਤੈ, ਜੇਹਾ ਹਰਿ ਕਰਾਏ ਤੇਹਾ ਕੋ ਕਰਈਐ। ਸੋ ਐਸਾ ਹਰਿ ਸੇਵ ਸਦਾ ਮਨ ਮੇਰੇ, ਜੋ ਤੁਧਨੋ ਸਭ ਦੂਰ ਰਖ ਲਈਐ। ਹਰਿ ਅੰਤਰ ਜਾਮੀ ਸਭ ਤੈ ਵਰਤੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਿਵੇਂ ਆਪਨੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ, ਉਂਝ ਹੀ ਆਓ 1 ਘੰਟੇ ਵਾਸਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੋਂਡ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀਨ ਦਿਆਲ ਪਾਤਸ਼ਾਹ ਪਾਵਨ ਸ਼ੁਭ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ ਗੌਂਡ ਰਾਗ ਦੇ ਵਿੱਚ। ਹਰਿ ਅੰਤਰ ਜਾਮੀ ਸਭ ਤੈ ਵਰਤੈ। ਇਹ ਮੇਰੇ ਮਨਾ ਅੰਦਰ ਦੀ ਜਾਣਨ ਵਾਲਾ ਹਰੀ ਪਰਮੇਸ਼ਰ ਸਾਰਿਆਂ ਦੇ ਵਿੱਚ ਵਰਤਦਾ ਹੈ ਜਾਂ ਸਾਰਿਆਂ ਦੇ ਉੱਪਰ ਵਰਤਦਾ ਹੈ। ਜੇਹਾ ਹਰਿ ਕਰਾਏ, ਜਿਹੋ ਜਿਹਾ ਹਰੀ ਪਰਮੇਸ਼ਰ ਜੀਵਾਂ ਦੀ ਵਾਸ਼ਨਾ ਦੇ ਅਨੁਸਾਰ ਕਰਮ ਕਰਾਉਂਦਾ ਹੈ, ਤੇਹਾ ਕੋ ਕਰੀਐ। ਇਹੋ ਜਿਹਾ ਹੀ ਕੋਈ ਕਰਮ ਕਰਦਾ ਹੈ। ਆਪਣੇ ਵੱਸ ਦੀ ਕੋਈ ਬਾਤ ਨਹੀਂ ਹੈ। ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਮੁਤਾਬਕ ਜਿਵੇਂ ਵਿਧਾਤਾ ਨੇ ਲਿਖਿਆ ਹੈ, ਕੋਈ ਚੰਗਾ ਕਰਮ ਕਰਦਾ ਹੈ, ਕੋਈ ਬੁਰਾ ਕਰਦਾ ਹੈ। ਸੋ ਇਸ ਲਈ ਜੋ ਵੀ ਚੰਗਾ ਜਾਂ ਮੰਦਾ ਹੈ, ਬੁਰਾ ਹੈ ਜਾਂ ਭਲਾ ਹੈ, ਉਹ ਸਭ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹਨ। ਸੋ ਐਸਾ ਹਰ ਸੇਵ ਸਦਾ ਮਨ ਮੇਰੇ। ਇਸ ਲਈ ਹੇ ਮੇਰੇ ਮਨਾ, ਤੂੰ ਕਿਸੇ ਨਾਲ ਈਰਖਾ ਨਾ ਕਰ, ਕਿਸੇ ਦੇ ਨਾਲ ਵੈਰ ਵਿਰੋਧ ਨਾ ਕਰ, ਕਿਉਂਕਿ ਝਗੜਾ ਉਦੋਂ ਉਤਪੰਨ ਹੁੰਦਾ ਹੈ ਜਦੋਂ ਸਾਨੂੰ ਕ੍ਰੋਧ ਆਉਂਦਾ ਹੈ। ਕ੍ਰੋਧ ਤਾਂ ਆਉਂਦਾ ਹੈ ਕਿ ਸਾਡੇ ਵਿਚਾਰਾਂ ਦੇ ਨਾਲ ਦੂਜਾ ਬੰਦਾ ਸਹਿਮਤ ਨਹੀਂ ਹੈ। ਜ਼ਰੂਰੀ ਨਹੀਂ ਕਿ ਜੋ ਅਸੀਂ ਸੋਚੀਏ ਉਸ ਤਰ੍ਹਾਂ ਹੀ ਸਾਰੇ ਬਣ ਜਾਣ। ਸਭਨਾਂ ਦੇ ਵੱਖੋ ਵੱਖਰੇ ਸੁਭਾਅ ਨੇ। ਪਰਮਾਤਮਾ ਨੇ 5 ਉਂਗਲਾਂ ਇੱਕੋ ਜਿਹੀਆਂ ਨਹੀਂ ਰੱਖੀਆਂ। 5 ਉਂਗਲਾਂ ਦੇ ਵਿੱਚ ਸਾਰੀਆਂ 'ਚ ਹੀ ਫਰਕ ਰੱਖਿਆ ਹੈ।
ਇਸ ਲਈ ਇੱਕ ਤੱਤੇ ਇੱਕ ਬੋਲਣ ਮਿੱਠੇ। ਤੱਤਾ ਬੋਲਣ ਵਾਲੇ ਵੀ ਰੱਬ ਦੇ ਬੰਦੇ ਨੇ, ਮਿੱਠਾ ਬੋਲਣ ਵਾਲੇ ਵੀ ਰੱਬ ਦੇ ਬੰਦੇ ਨੇ। ਇਸ ਲਈ ਮਹਾਰਾਜ ਦੇ ਹੁਕਮ ਦੇ ਵਿੱਚ ਜੋ ਸਾਡਾ ਫਰਜ਼ ਹੈ ਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨਬੋ। ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ। ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਵੀ ਕਿਸੇ ਧਰਮ ਨੂੰ ਬਿਲੋਂਗ ਕਰਦਾ ਹੈ, ਕੋਈ ਕਿਸੇ ਦਾ ਆਪ ਦਾ ਸੁਭਾਅ ਹੈ, ਤੋ ਜਾਤੀ ਤੌਰ 'ਤੇ ਕਿਸੇ ਨਾਲ ਈਰਖਾ ਕਰਨ ਦੀ ਬਜਾਏ ਇੱਕ ਵਾਹਿਗੁਰੂ ਦੀ ਜੋਤ ਸਾਰਿਆਂ ਵਿੱਚ ਜਾਣਦਿਆਂ ਹੋਇਆਂ ਅਜੇ ਪਰਮੇਸ਼ਰ ਦਾ ਹਮੇਸ਼ਾ ਭਜਨ ਕਰਿਆ ਕਰ, ਉਹਦਾ ਸੇਵਨਾ ਕਰਿਆ ਕਰ। ਜੋ ਤੁਧਨੋ ਸਭ ਦੂਰ ਰਖ ਲਈਐ। ਜਿਹੜਾ ਤੈਨੂੰ ਲੋਕ ਦੰਡ ਪਿੱਤਰ ਦੰਡ ਆਦਿਕ ਸਾਰਿਆਂ ਤੋਂ ਜਾਂ ਤ੍ਰਿਸ਼ਨਾ ਈਰਖਾ ਝਗੜੇ ਆਦਿਕ ਸਾਰਿਆਂ ਤੋਂ ਜਾਂ ਸਭ ਵਿਕਾਰਾਂ ਤੋਂ ਬਚਾ ਕੇ ਰੱਖ ਲਵੇਗਾ। ਮੇਰੇ ਮਨ ਇਹ ਮੇਰੇ ਪਿਆਰੇ ਮਨ ਹਰ ਜਪ ਹਰ ਨਿਤ ਪੜਈਐ। ਹਰ ਵਕਤ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ ਕਰ ਅਤੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬ੍ਰਹਮ ਵਿਦਿਆ ਰੂਪ ਪੜ੍ਹਾਈ ਹੀ ਨਿਤਾ ਪ੍ਰਤੀ ਪੜ੍ਹਿਆ ਕਰ। ਸੋ ਹਰ ਗੁਣ ਪੜ੍ਹੀਐ, ਹਰ ਗੁਣ ਸੁਣੀਐ, ਹਰ ਹਰ ਕਥਾ। ਸੋ ਮਹਾਰਾਜ ਨੇ ਹਰ ਬਚਨ ਕੀਤਾ, ਹਰ ਗੁਣ ਪੜ੍ਹੀਐ, ਹਰ ਗੁਣ ਸੁਣੀਐ, ਸੁਣੀਐ ਨਹੀਂ ਗੁਣੀਐ। ਹਰ ਗੁਣ ਪੜ੍ਹੀਐ, ਹਰ ਗੁਣ ਗੁਣੀਐ, ਹਰ ਹਰ ਕਥਾ ਨਿਤਾ ਪ੍ਰਤੀ ਸੁਣੀਐ। ਤੇ ਇਉਂ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ ਕਿ ਜਿਹੜਾ ਪੜ੍ਹਾਈ ਕਰਨੀ ਹੈ ਉਹ ਵੀ ਮਹਾਰਾਜ ਦੇ ਨਾਮ ਦੀ ਹੋਵੇ, ਜਿਹੜੀ ਗੁਣੀਆਂ ਵਿਚਾਰ ਕਰਨੀ ਹੈ ਉਹ ਵੀ ਮਹਾਰਾਜ ਦੇ ਨਾਮ ਦੀ ਹੋਵੇ, ਤੇ ਜਿਹੜੀ ਕਥਾ ਆਪਣਾ ਸਰਵਣ ਕਰਨਾ ਇਹ ਵੀ ਹਰੀ ਦੇ ਨਾਮ ਦੀ ਕਥਾ ਹੋਵੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਇੰਜ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਬ੍ਰਹਮ ਵਿਦਿਆ ਰੂਪ ਪੜ੍ਹਾਈ ਹੀ ਜੋ ਗੁਰਬਾਣੀ ਦੇ ਅੰਦਰ ਲਿਖੀ ਹੋਈ ਹੈ ਇਹਨੂੰ ਪੜ੍ਹਨਾ ਕਰੋ। ਇੱਕ ਵਾਰ ਨਾਰਦ ਮੁਨੀ ਆਪਦੇ ਪਿਤਾ ਬ੍ਰਹਮਾ ਨੂੰ ਆ ਕੇ ਕਹਿਣ ਲੱਗਾ, ਜੀ ਮੈਂ ਸਾਰੀ ਪੜ੍ਹਾਈ ਪੜ੍ਹ ਗਿਆ ਹਾਂ। ਕਹਿੰਦੇ ਇੰਜ ਤਾਂ ਹੋ ਨਹੀਂ ਸਕਦਾ ਕਿ ਤੂੰ ਸਾਰੀ ਪੜ੍ਹਾਈ ਪੜ੍ਹ ਗਿਆ ਹੋਵੇਂ। ਕਹਿੰਦਾ ਜੀ ਨਹੀਂ, ਮੈਂ ਸਭ ਪੜ੍ਹਾਈ ਪੜ੍ਹ ਗਿਆ। ਕਹਿੰਦੇ ਤੈਨੂੰ ਤਾਂ ਇੱਕ ਵੀ ਅੱਖਰ ਨਹੀਂ ਆਉਂਦਾ। ਕਹਿੰਦੇ ਜੀ ਦੱਸੋ। ਮੈਂ ਤਾਂ ਸਾਰੀ ਪੜ੍ਹਾਈ ਪੜ੍ਹ ਲਈ ਹੈ। ਕਹਿੰਦੇ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਨਾਮ ਦੀ ਪੜ੍ਹਾਈ ਦੀ ਨਾ ਪੜ੍ਹੀ। ਜੇ ਇੱਕ ਅੱਖਰ ਵਾਹਿਗੁਰੂ ਨਹੀਂ ਪੜ੍ਹਿਆ ਸਮਝ ਲਓ ਕੁਝ ਨਹੀਂ ਪੜ੍ਹਿਆ। ਭਗਤ ਪ੍ਰਹਿਲਾਦ ਜੀ ਨੇ ਆਪਦੇ ਉਸਤਾਦ ਸੰਡਾ ਤੇ ਮਰਕਾ ਨੂੰ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਸੀ ਕਿ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸਿਓ ਨਹੀਂ ਕਾਮ। ਹੋਰ ਪੜ੍ਹਾਈ ਪੜ੍ਹਨ ਦਾ ਮੇਰਾ ਕੋਈ ਕੰਮ ਨਹੀਂ ਹੈ। ਇਹ ਬਾਬਾ, ਇਹ ਮੇਰੇ ਉਸਤਾਦ ਜੀ, ਮੈਂ ਰਾਮ ਦਾ ਨਾਮ ਕਿਸੇ ਵੀ ਕੀਮਤ ਤੇ ਨਹੀਂ ਛੱਡਾਂਗਾ। ਤੇ ਜੇ ਮੇਰੀ ਪੱਟੀ ਦੇ ਉੱਪਰ ਕੁਝ ਲਿਖਣਾ ਹੈ, ਪੂਰਨੇ ਪਾਉਣੇ ਨੇ, ਮੇਰੀ ਪੱਟੀਆ ਲਿਖ ਦਿਓ ਸ੍ਰੀ ਗੋਪਾਲ। ਸ੍ਰੀ ਗੋਪਾਲ ਦਾ ਨਾਮ ਲਿਖ ਦਿਓ। ਸ੍ਰੀ ਗੋਪਾਲ ਨਾ ਉਚਰੈ ਹੈ ਸੋ ਰਸਨਾ ਬਲ ਗਈਏ ਦੋ ਚਾਰਨ ਰਸਨਾ ਰਾਮ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਕਿ ਜਿਹੜੀ ਰਸਨਾ ਵਾਹਿਗੁਰੂ ਗੋਪਾਲ ਦਾ ਨਾਮ ਨਹੀਂ ਉਚਾਰਦੀ ਤੇ ਉਹ ਕਿਸੇ ਵੀ ਕੰਮ ਨਹੀਂ, ਉਹ ਜਲ ਬਲ ਜਾਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦ ਪਿਤਾ ਜੀ ਬਾਂਹ ਤੋਂ ਪਕੜ ਕੇ ਗੋਪਾਲ ਪੰਧ ਦੇ ਕੋਲ ਲੈ ਕੇ ਗਏ
ਤੇ ਉਸ ਵਕਤ ਪਿਤਾ ਜੀ ਦੇ ਹੁਕਮ ਮੁਤਾਬਕ ਸਤਿਗੁਰੂ ਨਾਨਕ ਦੇਵ ਜੀ ਪਾਂਧਾ ਜੀ ਕੋਲ ਬੈਠ ਕੇ ਇੱਕ ਦਿਨ ਪੜ੍ਹਦੇ ਰਹੇ। 1 ਸਾਲ ਦੇ ਬੱਚੇ ਜਿਹੜੇ ਪੜ੍ਹਾਈ ਪੜ੍ਹੇ ਹੋਏ ਸਨ, ਇੱਕੋ ਦਿਨ ਜੀ ਗੁਰੂ ਸਾਹਿਬ ਨੇ ਕਵਰ ਕਰ ਲਈ। ਪਾਂਧਾ ਬਾਅਦ ਵਿੱਚ ਬੋਲੇ, ਮਹਾਰਾਜ ਪਹਿਲਾਂ ਬੋਲ ਪੈਣ। ਅਗਲੇ ਦਿਨ ਜਦੋਂ ਪੜ੍ਹਾਈ ਪੜ੍ਹਾਉਣ ਲੱਗਾ, ਸੱਚੇ ਪਾਤਸ਼ਾਹ ਜੀ ਚੁੱਪ ਕਰਕੇ ਬੈਠੇ ਰਹੇ। ਉਹ ਹੈਰਾਨ ਹੋ ਗਿਆ ਕਿ ਕੱਲ ਤਾਂ ਤੂੰ ਹੇ ਬਾਲਕ ਬੜਾ ਸੋਹਣਾ ਬੋਲਦਾ ਸੀ, ਅੱਜ ਤੈਨੂੰ ਕੀ ਹੋ ਗਿਆ, ਤੂੰ ਬੋਲਦਾ ਹੀ ਨਹੀਂ ਹੈ। ਚੱਲ ਮੇਰੇ ਪਿੱਛੇ ਹਿਸਾਬ ਕਿਤਾਬ ਦੀ ਪੜ੍ਹਾਈ ਪੜ੍ਹ। ਸਤਿਗੁਰੂ ਜੀ ਫਿਰ ਚੁੱਪ ਕਰਕੇ ਬੈਠੇ ਰਹੇ। ਫਿਰ ਉਹਨੇ ਬੜੇ ਪਿਆਰ ਦੇ ਨਾਲ ਆਪਦੇ ਕੋਲ ਬੁਲਾ ਕੇ ਪੁੱਛਿਆ ਕਿ ਤੇਰੇ ਮਨ ਵਿੱਚ ਕੀ ਹੈ? ਤੇਰੇ ਪਿਓ ਨੇ ਮੇਰੇ ਕੋਲ ਤੈਨੂੰ ਪੜ੍ਹਨ ਵਾਸਤੇ ਭੇਜਿਆ। ਉਹਨੂੰ ਆਪਦਾ ਲਾਲਚ ਸੀਗਾ। ਪਿਤਾ ਜੀ ਕਾਫੀ ਕੁਝ ਇੱਕ ਦਿਨ ਪਹਿਲਾਂ ਗੁਰੂ ਸਾਹਿਬ ਨੂੰ ਪੜ੍ਹਾਈ ਤੇ ਬਿਠਾਉਣ ਵਕਤ ਦੇ ਕੇ ਗਏ ਤੇ ਹੋਰ ਵੀ ਵਾਅਦਾ ਕੀਤਾ ਵੀ ਜੇ ਮੇਰੇ ਬਾਲਕ ਨੂੰ ਤੂੰ ਪੜ੍ਹਾ ਦੇਵੇਂਗਾ, ਮੈਂ ਤੈਨੂੰ ਹੋਰ ਵੀ ਬਹੁਤ ਕੁਝ ਦੇਵਾਂਗਾ। ਕਹਿਣ ਲੱਗੇ, ਬਾਲਕ ਤੂੰ ਪੜ੍ਹਾਈ ਕਿਉਂ ਨਹੀਂ ਪੜ੍ਹਦਾ ਹੈ? ਸਤਿਗੁਰੂ ਜੀ ਨੇ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ, ਹੇ ਪਾਂਧਾ ਜੀ, ਮੈਂ ਉਹ ਪੜ੍ਹਾਈ ਪੜ੍ਹਾਂਗਾ ਜਿਸ ਪੜ੍ਹਨ ਦੇ ਨਾਲ ਮੈਨੂੰ ਜਮਾਂ ਦੀ ਚੋਟ ਨਾ ਖਾਣੀ ਪਏ, ਦਰਗਾਹ ਦੇ ਵਿੱਚ ਧਰਮਰਾਜ ਜੀ ਦੀ ਕਚਹਿਰੀ ਵਿੱਚ ਲੇਖਾ ਨਾ ਦੇਣਾ ਪਵੇ। ਜੇ ਤੁਸੀਂ ਇਹੋ ਜਿਹੀ ਪੜ੍ਹਾਈ ਪੜ੍ਹਾ ਸਕਦੇ ਹੋ ਤੇ ਮੈਨੂੰ ਪੜ੍ਹਾ ਦਿਓ। ਗੋਪਾਲ ਪਾਂਧੇ ਨੂੰ ਮਹਿਸੂਸ ਹੋਇਆ ਕਿ ਇਹ ਕੋਈ ਅਵਤਾਰੀ ਮਹਾਂਪੁਰਖ ਜਾਪਦਾ। ਕਹਿਣ ਲੱਗੇ, ਇਹ ਸੰਤ ਜੀ, ਇਹੋ ਜਿਹੀ ਪੜ੍ਹਾਈ ਤਾਂ ਮੈਂ ਖੁਦ ਆਪ ਹੀ ਨਹੀਂ ਪੜ੍ਹਿਆ, ਤੁਹਾਨੂੰ ਕੀ ਪੜ੍ਹਾਵਾਂਗਾ? ਜੇ ਤੁਹਾਨੂੰ ਆਉਂਦੀ ਹੈ ਤੇ ਮੈਨੂੰ ਪੜ੍ਹਾ ਦਿਓ। ਤਾਂ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਗੋਪਾਲ ਪਾਂਧੇ ਦੇ ਤਾਈਂ ਉਪਦੇਸ਼ ਬਖਸ਼ਦਿਆਂ ਹੋਇਆਂ ਸ੍ਰੀ ਰਾਗ ਦੇ ਵਿੱਚ ਸ਼ਬਦ ਉਚਾਰਿਆ। ਸ੍ਰੀ ਰਾਗ ਮਹੱਲਾ ਪਹਿਲਾ। ਜਾਲ ਮੋਹ ਘਸ ਮਸ ਕਰ। ਪੁਰਾਣੇ ਸਮੇਂ ਅਸੀਂ ਵੀ ਉਹ ਕਾਲੀ ਸਿਆਹੀ ਜਿਹਨੂੰ ਕੁੱਟ ਕੇ ਪੀਸ ਕੇ ਛੋਟੀ ਜਿਹੀ ਦਵਾਰ ਦੇ ਵਿੱਚ ਪਾਣੀ ਪਾ ਕੇ ਤੇ ਬਣਾਉਂਦੇ ਹੁੰਦੇ ਕਾਲੀ ਸਿਆਹੀ, ਜੋ ਨਦੀ ਦੇ ਕਿਨਾਰੇ ਤੇ ਸੂਏ ਦੇ ਕੰਢੇ ਦੇ ਕਾਨੇ ਉੱਗੇ ਹੋਣੇ, ਉਹ ਕਾਨੇ ਕੱਟ ਕੇ ਕਲਮਾਂ ਕੱਢਣੀਆਂ ਵਿੱਚ ਚੀਰ ਪਾ ਕੇ ਲੱਕੜ ਦੀ ਫੱਟੀ ਦੇ ਉੱਪਰ ਗਾਚਣੀ ਦਾ ਪੋਚਾ ਮਾਰ ਕੇ ਤੇ ਜੋ ਟੀਚਰ ਨੇ ਪੂਰਨੇ ਪਾਉਣੇ ਉਹਨੂੰ ਕਾਲੀ ਸਿਆਹੀ ਦੇ ਨਾਲ ਊੜਾ ਐੜਾ ਆਦਿਕ 1 2 ਆਦਿਕ ਗਿਣਤੀ ਹਿਸਾਬ ਕਿਤਾਬ ਲਿਖਣਾ। ਉਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਾਲ ਮੋਹ, ਮੋਹ ਨੂੰ ਜਾਲ ਦੇ। ਤੇ ਜਿਹੜਾ ਉਹ ਫੁੱਲਾ ਬਣਦਾ ਹੈ ਦੀਵੇ ਦੇ ਉੱਪਰ ਤੇਲ ਸੜਨ ਤੋਂ ਬਾਅਦ ਕਾਲੇ ਰੰਗ ਦਾ, ਇੰਜ ਮੋਹ ਨੂੰ ਸਾੜ ਕੇ ਤੇ ਉਹ ਜਿਹੜੀ ਕਾਲੀ ਸਿਆਹੀ ਬਣਦੀ ਹੈ ਉਹਨੂੰ ਘਸਾ ਕੇ ਤੇ ਕਾਲੀ ਸਿਆਹੀ ਤਿਆਰ ਕਰ। ਜਾਲ ਮੋਹ ਘਸ ਮਸ ਕਰ। ਇਉਂ ਸਿਆਹੀ ਬਣਾ ਕੇ ਮਤ ਕਾਗਦ ਕਰ ਸਾਰ। ਆਪਦੀ ਬੁੱਧੀ ਨੂੰ ਸ੍ਰੇਸ਼ਟ ਕਾਗਜ਼ ਬਣਾਉਣਾ ਕਰ। ਭਾਉ ਕਲਮ ਕਰ, ਪ੍ਰੇਮ ਦੀ ਕਲਮ ਨੂੰ ਘੜਨਾ ਕਰ। ਚਿੱਤ ਲੇਖਾਰੀ, ਚਿੱਤ ਨੂੰ ਆਪਣੇ ਨੂੰ ਜਿਹੜਾ ਇਕਾਗਰ ਕਰਕੇ ਨਾਮ ਜਪਣਾ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਜਿਹੜਾ ਚਿੱਤ ਨੂੰ ਇਕਾਗਰ ਕਰਕੇ ਨਾਮ ਜਪਣਾ, ਇਹ ਲਿਖਾਰੀ ਬਣਾ।
ਪ੍ਰੇਮ ਦੀ ਕਲਮ ਲੈ ਕੇ ਚਿੱਤ ਲਿਖਾਰੀ ਬਣਾ ਕੇ, ਭਾਉ ਕਲਮ ਕਰ ਚਿੱਤ ਲੇਖਾਰੀ। ਗੁਰ ਪੁੱਛ, ਗੁਰੂ ਜੀ ਸਾਡੇ ਉਸਤਾਦ ਨੇ, ਆਪਦੇ ਗੁਰੂ ਸਾਹਿਬਾਂ ਨੂੰ ਪੁੱਛ ਕੇ ਲਿਖ ਵਿਚਾਰ, ਕਥਾ ਵਿਚਾਰ, ਨਾਮ ਦੀ ਵਿਚਾਰ ਲਿਖ। ਲਿਖ ਨਾਮ, ਵਾਹਿਗੁਰੂ ਨਾਮ ਲਿਖ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਲਿਖ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇਹ ਲਿਖ। ਮੂਲ ਮੰਤਰ ਦਾ ਪਾਠ ਲਿਖ। ਭਾਈ ਗੁਰਿਕਬਾਲ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਸੰਗਤਾਂ ਦੇ ਕੋਲੋਂ ਉਹ ਵਾਹਿਗੁਰੂ ਵਾਹਿਗੁਰੂ ਲਿਖਵਾਉਂਦੇ ਨੇ, ਕਿਉਂਕਿ ਮਨ ਨੂੰ ਇਕਾਗਰ ਕਰਕੇ ਪੜ੍ਹ ਕੇ ਯਾਦ ਕਰਨ ਦੀ ਸਭ ਤੋਂ ਉੱਤਮ ਜੁਗਤੀ ਇਹ ਹੈ ਕਿ ਜਿਹੜੀ ਚੀਜ਼ ਯਾਦ ਕਰਨੀ ਹੋਵੇ ਉਹਨੂੰ ਲਿਖਣਾ ਚਾਹੀਦਾ। ਲਿਖ ਕੇ ਯਾਦ ਕੀਤਿਆਂ ਕਦੀ ਭੁੱਲਦਾ ਨਹੀਂ। ਉਹ ਕਹਿੰਦੇ ਕਾਪੀਆਂ ਦੇ ਉੱਪਰ ਵਾਹਿਗੁਰੂ ਵਾਹਿਗੁਰੂ ਲਿਖੀ ਜਾਓ 5000 ਵਾਰ, 10000 ਵਾਰ। ਲਿਖਣ ਦੇ ਨਾਲ ਵੀ ਚੇਤਾ ਰਹਿੰਦਾ ਹੈ। ਇਹ ਮਹਾਰਾਜ ਕਹਿੰਦੇ ਕਿ ਗੁਰਬਾਣੀ ਨੂੰ ਲਿਖੋ। ਪ੍ਰੈਸਾਂ ਆਦਿਕ ਪੁਰਾਣੇ ਸਮੇਂ 'ਚ ਹੁੰਦੀਆਂ ਨਹੀਂ ਸਨ। ਅੱਜ ਕੱਲ੍ਹ ਤਾਂ ਆਫਸੈਟ ਮਸ਼ੀਨਾਂ ਫੋਟੋ ਲਾਉਣ ਵਾਲੀਆਂ ਹੀ ਆ ਗਈਆਂ। ਉਹ ਨੈਗੇਟਿਵ ਪੋਜ਼ੀਟਿਵ ਵੀ ਖਤਮ ਹੋ ਗਏ। ਸਿੱਧਾ ਹੀ ਕੰਪਿਊਟਰ ਤੋਂ ਆਫਸੈਟ ਮਸ਼ੀਨ ਨੂੰ ਕਮਾਂਡ ਦੇ ਕੇ ਕਾਗਜ਼ ਪਾ ਕੇ ਤੇ ਪੱਤਰੇ ਗੁਰਬਾਣੀ ਦੇ ਛਾਪੇ ਜਾਂਦੇ ਨੇ। ਇੰਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਖ ਨਾਮ, ਵਾਹਿਗੁਰੂ ਨਾਮ ਲਿਖ। ਸਲਾਹ ਲਿਖ, ਪਰਮਾਤਮਾ ਦੀ ਸਿਫਤ ਸਲਾਹ ਲਿਖ। ਸੋ ਲਿਖ ਨਾਮ ਸਲਾਹ ਲਿਖ, ਲਿਖੀ ਅੰਤ ਨ ਪਾਰਾਵਾਰ। ਉਸ ਵਾਹਿਗੁਰੂ ਦੇ ਬਾਰੇ ਲਿਖ ਜਿਸ ਦਾ ਪਾਰਾਵਾਰ ਕੋਈ ਅੰਤ ਨਹੀਂ ਹੈ। ਬਾਬਾ ਇਹ ਗੋਪਾਲ ਪਾਂਧਾ ਜੀ, ਇਹ ਮੇਰੇ ਸਤਿਕਾਰਯੋਗ ਉਸਤਾਦ ਜੀ, ਬਾਬਾ ਮਹਾਰਾਜ ਨੇ ਆਖਿਆ ਲਿਖ ਨਾਮ ਸਲਾਹ ਲਿਖ, ਲਿਖੀ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਇਹ ਲੇਖਾ ਲਿਖਣਾ ਜਾਣ ਲੈ। ਜੇ ਤੂੰ ਜਾਣ ਲਵੇਂਗਾ ਜਿੱਥੇ ਲੇਖਾ ਮੰਗੀ ਹੈ, ਜਿੱਥੇ ਰੱਬ ਦੀ ਕਚਹਿਰੀ ਧਰਮ ਰਾਜੇ ਦੀ ਦਰਗਾਹ ਵਿੱਚ ਤੇਰੇ ਪਾਸੋਂ ਲੇਖਾ ਮੰਗਿਆ ਜਾਵੇਗਾ, ਤਿੱਥੇ ਹੋਏ ਸੱਚਾ ਨਿਸ਼ਾਨ ਦਾ ਮਤਲਬ ਹੈ ਆਇਡੈਂਟੀਫਿਕੇਸ਼ਨ ਪ੍ਰੂਫ, ਆਇਡੈਂਟੀ ਕਾਰਡ। ਜਿਸ ਤਰ੍ਹਾਂ ਅੱਜ ਕੱਲ੍ਹ ਆਧਾਰ ਕਾਰਡ ਨੇ। ਕਿਸੇ ਵੀ ਬਿਲਡਿੰਗ 'ਚ ਜਾਣਾ ਹੋਵੇ, ਕੋਈ ਕੰਮ ਕਰਾਉਣਾ ਹੋਵੇ, ਕੁਛ ਵੀ ਕਰਨਾ ਹੋਵੇ, ਕਹਿੰਦੇ ਆਧਾਰ ਕਾਰਡ ਲਿਆਓ ਜੀ। ਇਹ ਪਹਿਚਾਣ ਪੱਤਰ ਹੈ ਕਿ ਬੰਦਾ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ। ਤੋ ਇੰਜ ਜਿਹੜਾ ਨਾਮ ਦਾ ਪ੍ਰਮਾਣ ਪੱਤਰ ਹੈ ਉਹਨੂੰ ਤੂੰ ਪ੍ਰਾਪਤ ਕਰ ਲਾ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਫਿਰ ਕਚਹਿਰੀ ਦੇ ਵਿੱਚ ਧਰਮ ਰਾਜੇ ਦੇ ਕੋਲ ਸੱਚਾ ਤੇਰੇ ਕੋਲ ਪ੍ਰਮਾਣ ਪੱਤਰ ਹੋ ਜਾਊਗਾ। ਜੇ ਤੂੰ ਬਾਣੀ ਨਾਮ ਨੂੰ ਲਿਖੇਂਗਾ, ਪੜ੍ਹੇਂਗਾ, ਫਿਰ ਤੈਨੂੰ ਜਮਾਂ ਦਾ ਲੇਖਾ ਨਹੀਂ ਦੇਣਾ ਪਊਗਾ। ਕਹਿੰਦਾ ਜੀ ਹਾਂ, ਸਤ ਬਚਨ ਮੰਨ ਗਿਆ। ਗੋਪਾਲ ਪਾਂਧੇ ਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ। ਫਿਰ ਅਗਲੇ ਦਿਨ ਜਦ ਪਿਤਾ ਜੀ ਛੱਡਣ ਗਏ ਤਾਂ ਗੋਪਾਲ ਪਾਂਧਾ ਕਹਿਣ ਲੱਗਾ ਜੀ ਮੈਂ ਇਹਨਾਂ ਨੂੰ ਨਹੀਂ ਪੜ੍ਹਾ ਸਕਦਾ, ਕਿਉਂਕਿ ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਣਹਾਰ। ਇਹ ਤਾਂ ਮੈਨੂੰ ਪੜ੍ਹਾ ਕੇ ਗਏ ਨੇ ਕੱਲ, ਜਿਹੜੀ ਪੜ੍ਹਾਈ ਮੈਂ ਨਹੀਂ ਪੜ੍ਹੀ ਉਹ ਇਹ ਮੈਨੂੰ ਪੜ੍ਹਾ ਕੇ ਗਏ ਨੇ। ਇਨ ਪੜ੍ਹਨੇ ਕੇ ਪਰੋ ਨਾ ਖਿਆਲਾ, ਇਹਨਾਂ ਦੀ ਪੜ੍ਹਾਈ ਦੇ ਖਿਆਲ ਦੇ ਵਿੱਚ ਨਾ ਪਾਓ, ਛੱਡ ਦਿਓ, ਇਹ ਪਹਿਲਾਂ ਹੀ ਪੜ੍ਹੇ ਹੋਏ ਹਨ। ਤੋ ਇਸ ਲਈ
ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਐ ਮੇਰਿਆ ਮਨਾ, ਮੇਰੇ ਮਨ ਇਹ ਮੇਰੇ ਪਿਆਰੇ ਮਨਾ, ਜਾਂ ਮਨ ਦਾ ਅਰਥ ਹੈ ਹੇ ਜੀਵ, ਹਰ ਜਪ ਹਰੀ ਦੇ ਨਾਮ ਨੂੰ ਜਪਿਆ ਕਰ। ਜੇ ਨਾਮ ਜਪੇਗਾ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਤੈਨੂੰ ਯਮਦੂਤ ਦਿਖਾਲੀ ਨਹੀਂ ਦੇਣਗੇ, ਉਹਨਾਂ ਵੱਲ ਵੇਖ ਕੇ ਤੈਨੂੰ ਮੁੜਕਾ ਨਹੀਂ ਆਵੇਗਾ। ਹਰੀ ਦੇ ਨਾਮ ਦਾ ਜਾਪ ਜਪਿਆ ਕਰ। ਹਰ ਨਿਤ ਪੜਈਐ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬ੍ਰਹਮ ਵਿਦਿਆ ਰੂ ਪੜਾਈ ਹੀ ਨਿਤ ਪ੍ਰਤੀ ਪੜਿਆ ਕਰ। ਹਰ ਬਿਨਾ ਕੋ ਮਾਰ ਜਿਵਾਲ ਨਾ ਸਕੈ। ਤੂੰ ਕਿਉਂ ਫਿਕਰ ਕਰਦਾ ਹੈ? ਹਰੀ ਪਰਮੇਸ਼ਰ ਤੋਂ ਬਿਨਾ ਨਾ ਕੋਈ ਮਾਰ ਸਕਦਾ ਤੇ ਨਾ ਹੀ ਕੋਈ ਜੀਵਾਲ ਸਕਦਾ ਹੈ। ਤਾਂ ਮੇਰੇ ਮਨ ਕਾਇਤ ਕੜਈਆ। ਤਾਂ ਫਿਰ ਹੇ ਮੇਰੇ ਮਨਾ, ਕਾਦੇ ਵਾਸਤੇ ਕੱਢਣਾ ਚੋਰਨਾ ਤਪਣਾ ਹੈ? ਕਾਦੇ ਵਾਸਤੇ ਮਿਥਿਆ ਪਦਾਰਥਾਂ ਦੇ ਵਿੱਚ ਚੂਰਨ ਵੱਜਣਾ ਹੈ? ਰਹਾਉ ਮਨ ਦੇ ਚੋਰੇ ਛੱਡ ਕੇ ਤੂੰ ਨਾਮ ਦੀ ਪੜ੍ਹਾਈ ਪੜਿਆ ਕਰ। ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਹਨ। ਹਰ ਪਰ ਪੰਚ ਕੀਆ ਸਭ ਕਰਤਾ। ਕਰਤਾ ਰਚਨਹਾਰ ਹਰੀ ਪਰਮੇਸ਼ਰ ਨੇ ਆਪ ਹੀ ਸਾਰਾ ਸੰਸਾਰ ਪੈਦਾ ਕੀਤਾ ਹੈ। ਜਾਂ ਪਰ ਵਿਸ਼ੇਸ਼ ਕਰਕੇ ਪੰਜ ਜੋ ਸਤਿਚੇਤ ਆਨੰਦ ਨਾਮ ਅਤੇ ਰੂਪ ਕਰਕੇ ਜਗਤ ਪੈਦਾ ਕੀਤਾ ਹੈ। ਇਸੇ ਪ੍ਰਕਾਰ ਹਰ ਪਰ ਪੰਚ ਕੀਆ ਸਭ ਕਰਤਾ। ਆਪ ਹੀ ਪੰਜਾਂ ਤੱਤਾਂ ਦੀ ਆਕਾਰ ਬਣਾ ਕੇ ਵਾਹਿਗੁਰੂ ਜੀ ਨੇ ਜਗਤ ਰਚਨਾ ਕੀਤਾ। ਭਾਵ ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ, ਸਥੂਲ ਤੱਤਾਂ ਦੁਆਰਾ ਸਥੂਲ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਵਿੱਚ ਆਪੇ ਆਪਣੀ ਜੋਤ ਤਰਈਆ। ਲੋਹਾਰ ਕੋਈ ਵੀ ਮਸ਼ੀਨਰੀ ਬਣਾਉਂਦਾ, ਸੰਦ ਬਣਾਉਂਦਾ, ਉਹਦੇ ਵਿੱਚ ਨਹੀਂ ਪ੍ਰਵੇਸ਼ ਕਰਦਾ, ਆਪ ਨਹੀਂ ਵਿੱਚ ਵੜ ਕੇ ਬਹਿੰਦਾ। ਰੋਟੀਆਂ ਪਕਾਉਣ ਵਾਲੀ ਮਸ਼ੀਨ ਗੁਰੂ ਕੇ ਲੰਗਰ 'ਚ ਮਿਸਤਰੀਆਂ ਨੇ ਬਣਾਈ ਹੈ, ਉਹਦੇ ਵਿੱਚ ਥੋੜ੍ਹੋ ਬੈਠੇ ਹੋਏ ਨੇ। ਕੋਈ ਜਨਰੇਟਰ ਹੈ, ਕੋਈ ਵੀ ਇੰਸਟਰੂਮੈਂਟ ਹੈ, ਉਹ 'ਚ ਬੰਦਾ ਨਹੀਂ ਬੈਠ ਸਕਦਾ। ਕੋਈ ਵੀ ਚੀਜ਼ ਬਣਾਉਂਦਾ ਦੀ ਬਣੀ ਚੀਜ਼ ਉਹਦੇ ਤੋਂ ਅਲੱਗ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। ਪਰ ਪਰਮਾਤਮਾ ਇੱਕ ਇਹੋ ਜਿਹਾ ਕਰਤਾ ਹੈ, ਜੇ ਰੱਬ ਨੇ ਬੰਦਾ ਬਣਾਇਆ ਹੈ, 84 ਲੱਖ ਜੂਨ ਬਣਾਈ ਹੈ, ਉਹਦੇ ਵਿੱਚ ਵੜ ਕੇ ਬੈਠਾ ਹੋਇਆ ਹੈ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਆਪ ਹੀ ਜਗਤ ਦੇ ਅੰਦਰ ਵੀ ਹੈ ਤੇ ਆਪ ਬਾਹਰ ਵੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਤਰਨ ਮਾਹੀ ਆਕਾਸ ਭਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਇਉਂ ਜਗਤ ਦੇ ਅੰਦਰ ਆਪਦੀ ਚੇਤਨ ਸੱਤਾ ਰੂਪੀ ਜੋਤ ਉਸ ਵਾਹਿਗੁਰੂ ਨੇ ਧਰਨਾ ਕੀਤੀ, ਰੱਖਣਾ ਕੀਤੀ ਹੈ। ਹਰ ਏਕੋ ਬੋਲੇ ਹਰ ਏਕ ਬੁਲਾਏ। ਇਹ ਮੇਰੇ ਮਨਾ, ਗੁਰਮੁਖ ਜਨਾਂ ਨੂੰ ਬ੍ਰਹਮ ਗਿਆਨ ਵਿੱਚ ਸਥਿਤ ਹੋ ਕੇ ਇੱਕ ਹਰੀ ਪਰਮੇਸ਼ਰ ਹੀ ਸਾਰਿਆਂ ਵਿੱਚ ਬੋਲਦਾ ਦਿਖਦਾ ਹੈ। ਔਰ ਇੱਕ ਹਰੀ ਪਰਮੇਸ਼ਰ ਹੀ ਸਾਰਿਆਂ ਨੂੰ ਬੁਲਾਉਂਦਾ ਦਿਖਦਾ ਹੈ। ਬੇਸ਼ੁਮਾਰ ਅਥਾਹ ਅਗਣਤ ਅਤੁੱਲ, ਜਿਉ ਬੁਲਾਵ ਹੈ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ, ਜਿਉ ਬੁਲਾਵੇ ਹੈ ਤਿਉ ਬੋਲੇ ਹੈ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗੁਰਪੁਰੈ ਹਰ ਏਕ ਦਿਖਈਆ। ਇੱਕ ਹਰੀ ਪਰਮੇਸ਼ਰ ਹੀ ਸਾਰਿਆਂ ਨੂੰ ਬੁਲਾਉਂਦਾ ਦਿਖਦਾ, ਕਿਉਂਕਿ ਪੂਰਨ ਗੁਰਾਂ ਨੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਅੰਦਰੋਂ ਹੀ ਇੱਕ ਹਰੀ ਪਰਮੇਸ਼ਰ ਪ੍ਰਗਟ ਕਰਕੇ
ਦਿਖਾ ਦਿੱਤਾ, ਦਰਸ਼ਨ ਕਰਵਾ ਦਿੱਤੇ ਹਨ। ਹਰ ਅੰਤਰ ਨਾਲੇ ਬਾਹਰ ਨਾਲੇ। ਪਰਮੇਸ਼ਰ ਸਾਡੇ ਅੰਦਰ ਨੂੰ ਸਵਾਸ ਜਾਂਦੇ ਸਮੇਂ ਵੀ ਨਾਲ ਹੀ ਵਸਦਾ, ਔਰ ਸਵਾਸ ਬਾਹਰ ਨਿਕਲਣ ਸਮੇਂ ਵੀ ਸਾਥ ਹੀ ਵਸਦਾ ਹੈ। ਇਸੇ ਪ੍ਰਕਾਰ ਹਰ ਅੰਤਰ ਨਾਲੇ ਬਾਹਰ ਨਾਲੇ। ਅੰਤਰਮੁਖ ਬਿਰਤੀ ਵਿੱਚ ਵੀ ਸਾਥ ਹੀ ਹੈ ਤੇ ਬਾਹਰ ਸੰਸਾਰ ਵਿੱਚ ਵੀ ਪਰਮੇਸ਼ਰ ਨਾਲ ਹੀ ਹੈ। ਕਹੋ ਤਿਸ ਪਾਸੋ ਮਨ ਕਿਆ ਚੋਰਈਆ। ਇਸ ਲਈ ਹੈ ਮੇਰੇ ਅਮਨ, ਕਹੋ ਖਾਂ ਭਲਾ, ਦੱਸ ਖਾਂ ਸਹੀ, ਫਿਰ ਉਹਦੇ ਪਾਸੋਂ ਤੂੰ ਕੀ ਚੁਰਾ ਕੇ ਲੁਕਾ ਕੇ ਰੱਖਣਾ ਹੈ। ਚੋਰੀ ਤਾਂ ਉਹਦੇ ਕੋਲੋਂ ਹੁੰਦੀ ਹੈ ਜਿਹਨੂੰ ਕੁਛ ਪਤਾ ਨਾ ਹੋਵੇ। ਉਹ ਤਾਂ ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਚੀਠੀ ਤੇ ਕੁੰਚਰ ਅਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਸਭਨਾਂ ਦੇ ਅੰਦਰ ਬਾਹਰ ਵਸ ਰਿਹਾ ਹੈ। ਨੇਹ ਕਪਟਾ ਸੇਵਾ ਕੀਜੈ ਹਰ ਕੇਰੀ। ਇਸ ਲਈ ਛਲ ਤੋਂ ਰਹਿਤ ਹੋ ਕੇ ਹਰੀ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਟਹਿਲ ਕਰਿਆ ਕਰ। ਤਾਂ ਮੇਰੇ ਮਨ ਸਰਬ ਸੁਖ ਪਾਈਐ। ਤਾਂ ਫਿਰ ਹੇ ਮੇਰੇ ਮਨਾ, ਤੂੰ ਧਰਮ ਅਰਥ ਕਾਮ ਮੋਖ ਆਦਿਕ ਜਾਂ ਸਲੋਕ ਸਮੀਪ ਸਜੋਜ ਸਰੂਪ ਆਦਿਕ ਮੁਕਤੀਆਂ ਦੇ ਸਾਰੇ ਸੁਖ ਪ੍ਰਾਪਤ ਕਰ ਲਵੇਂਗਾ। ਜਿਸ ਦਾ ਵਸ ਸਭ ਕਿਛ। ਜਿਸ ਪਰਮੇਸ਼ਰ ਦੇ ਅਧੀਨ ਸਾਰਾ ਕੁਝ ਹੈ, ਸੋ ਸਭ ਦੂ ਵੱਡਾ। ਉਹ ਸਾਰਿਆਂ ਤੋਂ ਵੱਡਾ ਦੀਰਘ ਹੈ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮਾਤਾ ਤ੍ਰਿਪਤਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੋ ਦੇਵਤੇ ਪੂਜਾ ਕਰਨ ਆਏ ਉਹ ਦਿਖਾ ਦਿੱਤੇ ਸੁਪਨੇ ਦੇ ਵਿੱਚ। ਤੇ ਇਉਂ ਸਾਰੀ ਸ੍ਰਿਸ਼ਟੀ ਆਪਣੇ ਅਧੀਨ ਦਿਖਾ ਦਿੱਤੀ ਸੀ। ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਨੇ ਵੀ ਮਿੱਟੀ ਖਾਣ ਦੇ ਬਹਾਨੇ ਆਪਦੀ ਮਾਤਾ ਨੂੰ ਮੂੰਹ ਅੱਡ ਕੇ ਸਾਰੀ ਸ੍ਰਿਸ਼ਟੀ ਅੰਦਰ ਦਿਖਾ ਦਿੱਤੀ। ਇਉਂ ਵੈਰਾਟ ਹਿਰਨ ਗਰਭ ਅਭਿਆਕ੍ਰਿਤ ਆਦਿਕ, ਹੇ ਪਰਮਾਤਮਾ ਤੂੰ ਸਭ ਤੋਂ ਵੱਡਾ ਹੈ। ਜਾਨ ਨਾਨਕ ਸੋ ਮੇਰੇ ਮਨ ਸਦਾ ਧਿਆਈਐ। ਇਹ ਮੇਰੇ ਮਨਾ ਸੋ ਵਾਹਿਗੁਰੂ ਨੂੰ ਸਦਾ ਹਮੇਸ਼ਾ ਹੀ ਧਿਆਈਐ। ਧਿਆਉਣਾ ਕਰ ਆਰਾਧਨਾ ਕਰ, ਸ਼ਰਮਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਜਾਨ ਨਾਨਕ ਸੋ ਹਰ ਨਾਲ ਹੈ ਤੇਰਾ। ਸਤਿਗੁਰੂ ਸਾਹਿਬ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਕਿ ਹੇ ਮੇਰੇ ਮਨਾ, ਉਹ ਪਰਮੇਸ਼ਰ ਹਰ ਵਕਤ ਤੇਰੇ ਨਾਲ ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਅੰਗ ਸੰਗ ਹੀ ਵਸਦਾ ਹੈ। ਜਦ ਪੰਜ ਪਿਆਰਿਆਂ ਨੂੰ ਗੁਰੂ ਸਾਹਿਬ ਜੀ ਨੇ ਸਾਜ ਨਵਾਜ ਦਿੱਤਾ ਹੈ, ਫਿਰ ਆਪ ਹੱਥ ਅੱਡ ਕੇ ਅੰਮ੍ਰਿਤ ਦੀ ਦਾਤ ਮੰਗਣਾ ਕੀਤੀ ਕਿ ਮੈਨੂੰ ਵੀ ਅੰਮ੍ਰਿਤ ਛਕਾ ਕੇ ਸਿੰਘ ਸਜਾਓ। ਪੰਜ ਪਿਆਰੇ ਹੈਰਾਨ ਹੋ ਗਏ, ਕਹਿਣ ਲੱਗੇ ਗੁਰੂ ਸਾਹਿਬ ਜੀ ਤੁਸੀਂ ਤਾਂ ਖੁਦ ਸਾਨੂੰ ਆਪ ਅੰਮ੍ਰਿਤ ਛਕਾ ਕੇ ਗੁਰਦੀਖਿਆ ਦਿੱਤੀ ਹੈ, ਤੁਸੀਂ ਸਾਡੇ ਗੁਰੂ ਸਾਹਿਬ ਹੋ, ਅਸੀਂ ਆਪਦੇ ਸਿੱਖ ਤੁਹਾਨੂੰ ਕਿਵੇਂ ਗੁਰਦੀਖਿਆ ਦੇ ਸਕਦੇ ਹਾਂ। ਮਹਾਰਾਜ ਕਹਿੰਦੇ ਨਹੀਂ ਭਾਈ, ਵਾਹਿਗੁਰੂ ਅਕਾਲ ਪੁਰਖ ਦਾ ਇਸੇ ਤਰ੍ਹਾਂ ਹੀ ਹੁਕਮ ਹੈ। ਠਾੜ ਭਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਆਏ, ਪੰਥ ਚੱਲਾ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਵਾਹਿਗੁਰੂ ਦੇ ਹੁਕਮ ਮੁਤਾਬਕ ਖਾਲਸਾ ਪੰਥ ਪੈਦਾ ਕੀਤਾ। ਉਸ ਵਾਹਿਗੁਰੂ ਦਾ ਹੁਕਮ ਹੈ ਕਿ ਮੈਂ ਵੀ ਅੰਮ੍ਰਿਤ ਪਾਨ ਕਰਾਂ, ਪਹਿਲੀ ਗੱਲ। ਦੂਜੀ ਗੱਲ ਇਹ ਕਿ ਮੈਂ ਹੁਣ ਸਾਰਿਆਂ ਨੂੰ ਆਖਣਾ ਵੀ ਅੰਮ੍ਰਿਤ ਛਕੋ ਭਾਈ। ਤੇ ਜੇ ਕੋਈ ਖੜਾ ਹੋ ਕੇ ਇਹ ਪੁੱਛਣ ਲੱਗ ਪਿਆ ਕਿ ਗੁਰੂ ਸਾਹਿਬ ਤੁਸੀਂ ਆਪ ਅੰਮ੍ਰਿਤ ਛਕਿਆ, ਤਾਂ ਫਿਰ ਮੈਂ ਕੀ ਜਵਾਬ ਦਿਆਂਗਾ। ਸਿੱਖਿਆ ਦੇਣ ਤੋਂ ਪਹਿਲਾਂ ਆਪ ਹੀ ਧਾਰਨ ਕਰਨੀ ਬਣਦੀ ਹੈ। ਆਪ ਕਮਾਓ ਅਵਰਾ ਉਪਦੇਸ਼,
ਪਹਿਲਾਂ ਆਪ ਕਮਾਈ ਕਰੋ, ਫਿਰ ਦੂਜਿਆਂ ਨੂੰ ਉਪਦੇਸ਼ ਦੇਵੋ। ਤੇ ਪੰਜ ਪਿਆਰੇ ਕਹਿਣ ਲੱਗੇ ਜੀ ਠੀਕ ਹੈ 7 ਬਚਨ, ਪਰ ਬੇਨਤੀ ਇੰਝ ਹੈ ਕਿ ਆਪ ਨੇ ਸਾਨੂੰ ਫ੍ਰੀ ਦੇ ਵਿੱਚ ਤਾਂ ਦਿੱਤਾ ਕੋਈ ਨਹੀਂ, ਪਹਿਲਾਂ ਸੀਸ ਮੰਗਿਆ, ਸੀਸ ਦੀ ਭੇਟਾ ਲੈ ਕੇ ਫਿਰ ਸਾਨੂੰ ਅੰਮ੍ਰਿਤ ਪਾਨ ਕਰਾਇਆ ਹੈ। ਤੇ ਤੁਸੀਂ ਕੀ ਦੇ ਰਹੇ ਹੋ? ਗੁਰੂ ਸਾਹਿਬ ਬੜੇ ਵਿਰਾਗ ਵਿੱਚ ਆਏ, ਕਹਿੰਦੇ ਪੰਜ ਪਿਆਰਿਓ, ਤੁਸੀਂ ਇੱਕ ਸੀਸ ਦੀ ਗੱਲ ਕਰਦੇ ਹੋ, ਉਹ ਸੀਸ ਤਾਂ ਮੈਂ ਪਹਿਲਾਂ ਹੀ ਆਪ ਦੇ ਪਿਤਾ ਦਾ ਤੁਹਾਡੇ ਤੋਂ ਵਾਰ ਚੁੱਕਾ। ਸਾਰੀ ਦੁਨੀਆ ਦੀ ਰਕਸ਼ਾ ਵਾਸਤੇ ਸਰਬੱਤ ਦੇ ਭਲੇ ਲਾਏ ਇਹ ਮੈਂ ਸੀਸ ਆਪ ਦੇ ਪਿਤਾ ਦਾ ਵਾਰਿਆ, ਤੇ ਹੁਣ ਤਾਂ ਅੰਮ੍ਰਿਤ ਛਕਾਓ। ਕਹਿੰਦੇ ਮਹਾਰਾਜ ਸਿੱਖ ਵੀ ਇੱਕ ਸੀਸ ਦੇਵੇ ਤੇ ਗੁਰੂ ਵੀ ਇੱਕ ਸੀਸ ਦੇਵੇ। ਤੁਸੀਂ ਸਾਡੇ ਗੁਰੂ ਸਾਹਿਬ ਹੋ, ਕੁਛ ਵੱਧ ਭੇਟਾ ਚਾਹੀਦੀ ਹੈ? ਮਾਰੇ ਕਹਿੰਦੇ ਮੇਰਾ ਸੀਸ ਵੀ ਹਾਜ਼ਰ ਹੈ, ਭਾਵੇਂ ਹੁਣੇ ਲੈ ਲਓ, ਪਰ ਇੱਕ ਬੇਨਤੀ ਹੈ, ਜੇ ਤੁਸੀਂ ਮੈਨੂੰ ਅੰਮ੍ਰਿਤ ਛਕਾ ਦਿਓਗੇ, ਸਿੰਘ ਸਜਾ ਦਿਓਗੇ, ਤਾਂ ਮੈਂ ਤੁਹਾਡੇ ਨਾਲ ਜ਼ਬਾਨ ਕਰਦਾ, ਬਚਨ ਕਰਦਾ ਕਿ ਜਦ ਵੀ ਤੁਹਾਨੂੰ ਸੀਸ ਦੀ ਜ਼ਰੂਰਤ ਪਏਗੀ, ਮੇਰਾ ਤਾਂ ਹਾਜ਼ਰ ਹੈ ਹੀ ਹੈ, ਮੈਂ ਆਪ ਦੇ ਪਰਿਵਾਰ ਦੇ ਮੈਂਬਰਾਂ ਦੇ ਸੀਸ ਵੀ ਲੁਕਾ ਕੇ ਨਹੀਂ ਰੱਖਾਂਗਾ। ਸੋ ਕਲਗੀਧਰ ਜੀ ਨੇ ਉਹ ਬਚਨ ਪੂਰਾ ਕੀਤਾ। ਜੇ ਮਹਾਰਾਜ ਚਾਹੁੰਦੇ ਤਾਂ ਸਾਧ ਸੰਗਤ ਜੀਓ ਚਮਕੌਰ ਦੀ ਗੜੀ ਵਿੱਚੋਂ ਆਪ ਬਚ ਕੇ ਨਿਕਲੇ ਸਨ। ਆਪ ਦੇ ਨਾਲ 3 ਸਿੰਘਾਂ ਨੂੰ ਬਚਾ ਕੇ ਕੱਢਿਆ ਜਿਉਂਦੇ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, 2 ਪਿਆਰੇ, ਇੱਕ ਬਾਬਾ ਮਾਨ ਸਿੰਘ ਜੀ, ਤਿੰਨਾਂ ਨੂੰ ਬਚਾ ਕੇ ਕੱਢਿਆ। ਸਾਹਿਬਜ਼ਾਦੇ ਵੀ ਜਿਉਂਦੇ ਆਪ ਦੇ ਨਾਲ ਕੱਢ ਸਕਦੇ ਸੀ। ਸਰਸਾ ਤੋਂ ਬਚਾ ਕੇ ਲਿਆਂਦਾ ਸੀ ਬਾਬਾ ਅਜੀਤ ਸਿੰਘ ਨੂੰ, ਉਹਨੇ ਉੱਥੇ ਸ਼ਹੀਦ ਹੋ ਜਾਣਾ ਸੀ। ਜਥੇਦਾਰ ਉਦੇ ਸਿੰਘ ਨੂੰ ਆਖਿਆ, ਜਾ ਭਾਈ ਉਦੇ ਸਿੰਘ, ਸਾਹਿਬਜ਼ਾਦੇ ਨੂੰ ਸੁਨੇਹਾ ਦੇ ਕਿ ਤੇਰੀ ਜਗ੍ਹਾ ਇਹ ਨਹੀਂ ਹੈ, ਤੇਰੀ ਜਗ੍ਹਾ ਸ਼ਹੀਦੀ ਵਾਲੀ ਅੱਗੇ ਹੈ, ਤੇ ਤੂੰ ਇੱਥੋਂ ਸਾਡੇ ਕੋਲ ਆ ਜਾ ਤੇ ਤੂੰ ਕਮਾਂਡ ਸੰਭਾਲ। ਗੁਰੂ ਸਾਹਿਬ ਦੇ ਹੁਕਮ ਮੁਤਾਬਕ ਜਥੇਦਾਰ ਬਾਬਾ ਉਦੇ ਸਿੰਘ ਨੇ ਸਰਸਾ ਦੇ ਕਿਨਾਰੇ ਫੌਜ ਦੀ ਕਮਾਂਡ ਸੰਭਾਲੀ ਤੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਗੁਰੂ ਦਾ ਹੁਕਮ ਸੁਣਾਇਆ। ਉੱਥੋਂ ਮਹਾਰਾਜ ਨੇ ਬਚਾ ਕੇ ਕੱਢਿਆ। ਚਮਕੌਰ ਦੀ ਜੰਗ ਵਿੱਚੋਂ ਵੀ ਬਚਾ ਕੇ ਲਿਜਾ ਸਕਦੇ ਸੀ, ਪਰ ਨਹੀਂ। ਇਨ ਪੁੱਤਰਨ ਕੇ ਸੀਸ ਪਰ, ਸ਼ਾਮ ਨੂੰ ਕਥਾ ਚੱਲ ਰਹੀ ਹੈ, ਕੱਲ ਹੀ ਕਥਾ ਆਈ ਕਿ ਸਾਡੀਆਂ ਮਾਤਾਵਾਂ ਨੇ ਜਦ ਸਿੰਘ ਸਾਹਿਬ ਭਾਈ ਮਣੀ ਸਿੰਘ ਦੇ ਨਾਲ ਦਿੱਲੀ ਤੋਂ ਆ ਕੇ ਗੁਰੂ ਸਾਹਿਬ ਦੇ ਪਹਿਲੀ ਵਾਰ ਕਾਫੀ ਲੰਮੇਰੇ ਸਮੇਂ ਬਾਅਦ, ਅਨੰਦਪੁਰ ਤੋਂ ਬਾਅਦ, ਸਰਸਾ ਦੇ ਵਿਛੜੇ ਤੋਂ ਬਾਅਦ ਦਮਦਮਾ ਸਾਹਿਬ ਤਖਤ ਸਾਹਿਬ ਵਾਲੇ ਸਥਾਨ ਦੇ ਦਰਸ਼ਨ ਕੀਤੇ ਤਾਂ ਆਖਿਆ ਜੀ ਸਾਰੀ ਸੰਗਤ ਦੇਖ ਰਹੀ ਹੈ, ਸਾਡੇ ਸਾਹਿਬਜ਼ਾਦੇ ਕਿੱਥੇ ਛੱਡ ਆਏ ਹੋ? ਪਤਾ ਚੱਲਿਆ ਕਿ ਸ਼ਹੀਦ ਕਰਾਏ ਨੇ। ਫਿਰ ਰੋਣ ਲੱਗ ਪਈਆਂ। ਮਹਾਰਾਜ ਕਹਿੰਦੇ ਤੁਹਾਨੂੰ ਰੋਣਾ ਮੁਨਾਸਿਬ ਨਹੀਂ ਹੈ, ਤੁਸੀਂ ਤਾਂ ਸ਼ਹੀਦਾਂ ਪੁੱਤਰਾਂ ਦੀਆਂ ਮਾਵਾਂ ਹੋ, ਤੁਸੀਂ ਧੀਰਜ ਰੱਖੋ। ਵੇਖੋ ਇਹ ਤੁਹਾਡੇ ਹੀ ਪੁੱਤਰ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਇਹ ਸਾਰੇ ਤੁਹਾਡੇ ਹੀ ਪੁੱਤਰ ਨੇ। ਪ੍ਰਤੱਖ ਮਾਤਾ ਸਾਹਿਬ ਦੇਵਾ ਕੌਰ ਦੀ ਚੋਲੀ ਖਾਲਸਾ ਪੁੱਤ ਪਾਇਆ। ਇਹ ਕਲਗੀਧਰ ਮਹਾਰਾਜ ਜੀ ਦਾ ਸਾਡੇ ਨਾਲ ਸਾਧ ਸੰਗਤ ਜੀਓ ਪਿਆਰ ਹੈ, ਜਿਨ੍ਹਾਂ ਆਪਦੇ ਬੱਚੇ ਵੀ ਸਾਥੋਂ ਮਾਰ ਦਿੱਤੇ ਤੇ ਸਾਨੂੰ ਬੱਚੇ ਆਖਿਆ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਆਪਾਂ ਗੁਰੂ ਜੀ ਦੇ ਸਾਹਿਬਜ਼ਾਦਿਆਂ ਵਰਗਾ ਸਰੂਪ ਬਣਾਈਏ। ਕਮ ਸੇ ਕਮ ਜੇ ਦਮਾਲੇ ਨਹੀਂ ਸਜਾ ਸਕਦੇ ਤਾਂ ਜਿਹੜੀ ਆਮ ਸਮਾਜ ਵਿੱਚ ਦਸਤਾਰ ਚੱਲਦੀ ਹੈ ਉਹ ਤਾਂ ਸਜਾਈਏ। ਛੋਟਾ ਜਿਹਾ ਪਟਕਾ ਵੀ ਭਾਰੂ ਲੱਗਣ ਲੱਗ ਪਿਆ, ਰੁਮਾਲ ਵੇ ਤੇ ਚੁੰਨੀਆਂ ਵੀ ਆਪਾਂ ਗੁਰਦੁਆਰਿਓਂ ਲੱਭਦੇ ਹਾਂ ਵੀ ਉਹ ਵੀ ਬਾਬਾ ਜੀ ਸਾਨੂੰ ਫੜ ਕੇ ਫੜਾ ਦੇਵੇ। ਗੁਰਦੁਆਰੇ ਦਾ ਗ੍ਰੰਥੀ ਗੇਟ ਅੱਗੇ ਖੜਾ ਹੋਵੇ, ਉਹ ਸਾਨੂੰ ਆਖੇ ਸਿਰ ਢੱਕ ਬੀਬੀ, ਸਿਰ ਢੱਕ ਪੁੱਤ, ਆ ਫੜ ਮੇਰੇ ਕੋਲ ਤੂੰ ਰੁਮਾਲ ਲੈ ਲਾ। ਐਸਾ ਸਾਡਾ ਸੁਭਾਅ ਬਣ ਗਿਆ। ਗੁਰੂ ਸਾਹਿਬ ਕਿਰਪਾ ਕਰਨ, ਕੇਸ ਦਾੜੀਆਂ ਸਹਿਤ
ਸਾਬਤ ਸੂਰਤ ਰਹੀਏ। ਜਦ ਗੁਰੂ ਮਹਾਰਾਜ ਨੂੰ ਅੰਮ੍ਰਿਤ ਛਕਾਇਆ, ਪੰਜ ਪਿਆਰਿਆਂ ਨੇ ਗੁਰੂ ਸਾਹਿਬ ਬੜੇ ਪ੍ਰਸੰਨ ਹੋਏ। ਆਖਿਆ, ਖਾਲਸਾ ਜੀ ਅੱਜ ਮੈਂ ਬੜਾ ਪ੍ਰਸੰਨ ਹਾਂ, ਜੋ ਕੁਛ ਮੰਗਣਾ ਮੰਗ ਲਵੋ। ਕਹਿੰਦੇ ਆਪ ਦਾ ਦਿੱਤਾ ਸਭ ਕੁਛ ਹੈ। ਗੁਰੂ ਸਾਹਿਬ ਨੇ ਫਿਰ ਬਚਨ ਕੀਤਾ, ਕਹਿੰਦੇ ਨਾਮਦਾਨ ਇਸ਼ਨਾਨ ਬਖਸ਼ੋ। ਮਹਾਰਾਜ ਕਹਿੰਦੇ ਉਹ ਤਾਂ ਤੁਹਾਨੂੰ ਬਖਸ਼ਿਆ ਹੈ ਹੀ ਹੈ,